कहाँ बुद्ध प्रभ तुच्छ हमारी, बारन सकै महिमा जो तिहारी। हम ना सुखत कर सिफ्त तुम्हारी, आप लिहो तुम कथा सुधारी। हे रव हे सस हे करुणानिध, मेरी अभय विनती सुन लीजै। और न मांगत हों तुम ते कछ, चाहत हों चित मैं सोई कीजै। शास्त्रन स्यों अति ही रण पीतर, जूझ मरो तो साज पतीजै। संत सहाय सदा जग माहे, कृपा करस्या मिह वर दीजै। मूक उचरै शास्त्र खट, पिंग गिरन चढ़ जाए। आंध लखै बदरो सुनै, जो काल कृपा कराए। सतनाम श्री वाहिगुरु साहिब जी। एक ओंकार श्री वाहिगुरु जी की फतेह। पातशाही दसवीं, बिसन पद गौंड बिलावल। बहुत पांत सो सुमन बर खैर सालम, सुगंधं अनेकं सरस पुष्पमालं। बहुत पांत सो सुमन बर खैर सालम, सुगंधं अनेकं सरस पुष्पमालं। वाहिगुरु जी का खालसा, वाहिगुरु जी की फतेह। गुरु गरीब निवाज, तख्त चवर छतर जी दे मालक, पंथ दे वाली ਸਾਹਿਬ कमाल। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂਆਂ ਦੀ ਅਪਾਰ ਬਖਸ਼ਿਸ਼ ਦੇ ਸਦਕਾ ਦਾਸਾਂ ਨੇ ਜੋ ਕਥਾ ਵਿਚਾਰਾਂ ਦਾ ਜੋ ਪ੍ਰਵਾਹ ਹੈ, ਗੁਰਦੁਆਰਾ ਬੈਂਸ ਪੱਟੀ ਮੀਆਂਪੁਰ ਚਲਾਇਆ ਹੈ, ਸੋ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਪਹਿਲਾਂ ਆਪ ਜੀ ਨੇ ਸ਼੍ਰੀ ਖੜਕ ਸਿੰਘ ਜੀ ਯੁੱਧ ਦੀ ਕਥਾ, ਲੜੀਵਾਰ, ਫਿਰ ਸ਼ਸਤਰਨਾਮ ਵਾਲਾ ਦੀ ਕਥਾ, ਸੋ ਸਾਧ ਸੰਗਤ ਜੀ ਸ਼ਰਵਣ ਕਰੀ। ਸੋ ਅੱਜ ਸਾਧ ਸੰਗਤ ਜੀ ਜੋ ਦਾਸਾਂ ਨੇ ਸ਼੍ਰੀ ਸਰਬਲੋਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਜੋ ਇਹ ਦੁਰਗਾ ਕਵਚ ਦੀ ਬਾਣੀ ਹੈ, ਇਸ ਦੀ ਜੋ ਕਥਾ ਹੈ ਵਿਚਾਰਨੀ ਹੈ। ਸੋ ਸਾਧ ਸੰਗਤ ਜੀ ਜੋ ਪੁਰਾਤਨ ਨਿਹੰਗ ਸਿੰਘ ਜਾਂ ਪੁਰਾਤਨ ਗੁਰਸਿੱਖ ਹੁੰਦੇ ਸਨ, ਉਹਨਾਂ ਨੂੰ ਤਾਂ ਜੋ ਤ੍ਰੈ ਦਰਬਾਰਾਂ ਦੀ ਜਾਣਕਾਰੀ ਹੁੰਦੀ ਸੀ। ਤ੍ਰੈ ਦਰਬਾਰਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਨੂੰ ਆਦਿ ਦਰਬਾਰ ਕਹਿ ਦਿੰਦੇ ਨੇ, ਫਿਰ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਨੂੰ ਦਸਮ ਦਰਬਾਰ, ਅਤੇ ਫਿਰ ਤੀਸਰਾ ਦਰਬਾਰ ਸ਼੍ਰੀ ਗੁਰੂ ਸਰਬਲੋਕ ਗ੍ਰੰਥ ਸਾਹਿਬ ਜਿਹਨੂੰ ਸਰਬਲੋਕ ਦਰਬਾਰ ਵੀ ਕਹਿ ਦਿੰਦੇ ਨੇ। ਸੋ ਸਾਧ ਸੰਗਤ ਜੀ ਇਹ ਤ੍ਰੈ ਦਰਬਾਰਾਂ ਦਾ ਪ੍ਰਕਾਸ਼ ਪਹਿਲਾਂ ਪੰਜੇ ਤਖਤਾਂ ਦੇ ਉੱਪਰ ਵੀ ਹੁੰਦਾ ਸੀ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਦੂਸਰੇ ਮੁਖੀ ਸੰਤ ਗਿਆਨੀ ਸੰਤ ਬਾਬਾ ਗੁਰਬਖਸ਼ ਸਿੰਘ ਜੀ ਦੇ ਬੂੰਗੇ ਦੇ ਉੱਪਰ ਸਰਬਲੋਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਅਕਾਲ ਤਖਤ ਸਾਹਿਬ ਦੇ ਉੱਪਰ ਹਜ਼ੂਰ ਸਾਹਿਬ ਵੀ ਸਾਧ ਸੰਗਤ ਮਹਾਰਾਜ ਜੀ ਦਾ ਜਿੱਥੇ ਤਖਤ ਸਥਾਨ ਹੈ, ਉੱਥੇ ਸਰਬਲੋਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਸ਼੍ਰੀ ਪਟਨਾ ਸਾਹਿਬ ਜਨਮ ਸਥਾਨ 'ਤੇ ਸ਼੍ਰੀ ਅਨੰਦਪੁਰ ਸਾਹਿਬ ਹੁੰਦਾ ਸੀ। ਸੋ ਸਾਧ ਸੰਗਤ ਜੀ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਵਿਖੇ ਵੀ
ਜੋ ਸਰਬ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੈ ਦਰਬਾਰਾਂ ਦਾ ਪ੍ਰਕਾਸ਼ ਹੁੰਦਾ ਸੀ। ਪਰ ਸਾਧ ਸੰਗਤ ਜੀ 1923 ਤੋਂ ਬਾਅਦ ਇਹਨਾਂ ਪਸੌੜੀਆਂ ਨੇ ਅਤੇ ਅਕਾਲੀ ਲਹਿਰ ਵਾਲਿਆਂ ਨੇ ਵਰਸ਼ਾ ਪਾ ਕੇ ਸਾਧ ਸੰਗਤ ਜੀ ਮਹਾਰਾਜ ਦੇ ਪੀੜਾ ਸਾਹਿਬ ਦੇ ਥੱਲੇ 10 ਮਹਾਰਾਜ ਦੇ ਪੀੜਾ ਸਾਹਿਬ ਦੇ ਥੱਲੇ ਵਰਸ਼ਾ ਮਾਰ ਕੇ ਸਾਧ ਸੰਗਤ ਜੀ ਪੀੜਾ ਉਲਟਾ ਦਿੱਤਾ ਸੀ ਅਤੇ ਸਰੂਪ ਦੀ ਬੇਅਦਬੀ ਕਰੀ ਸੀ। ਤੋ ਉਸ ਸਮੇਂ ਦੇ ਉੱਪਰ ਜੋ ਹੈ ਇਹ ਫਿਰ ਪ੍ਰਕਾਸ਼ ਹੋਣਾ ਬੰਦ ਹੋ ਗਿਆ ਸੀ ਸ਼੍ਰੀ ਗੁਰੂ ਸਰਬਲੋ ਗ੍ਰੰਥ ਸਾਹਿਬ ਦਾ ਅਤੇ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦਾ। ਸਿਰਫ ਆਦਿ ਗ੍ਰੰਥ ਸਾਹਿਬ ਜੀ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਹੁੰਦਾ ਰਿਹਾ ਅਤੇ ਹੁਣ ਤੱਕ ਜੋ ਜਾਰੀ ਹੈ। ਪਰ ਜੋ ਦੋ ਤਖਤ ਨੇ ਸ਼੍ਰੀ ਪਟਨਾ ਸਾਹਿਬ ਅਤੇ ਅਬਚਲ ਨਗਰ ਹਜ਼ੂਰ ਸਾਹਿਬ ਨਾਂਦੇੜ, ਉੱਥੇ ਸਾਧ ਸੰਗਤ ਦੇ ਪ੍ਰਕਾਸ਼ਮਾਨ ਹਰੇ ਵੀ ਹਨ। ਸ਼੍ਰੀ ਸਰਬਲੋ ਗੁਰੂ ਗ੍ਰੰਥ ਸਾਹਿਬ ਜੋ ਹੈ ਨਗੀਨਾ ਘਾਟ ਵਾਲੇ ਸਥਾਨ ਦੇ ਉੱਪਰ ਪ੍ਰਕਾਸ਼ਮਾਨ ਹੈ। ਸੋ ਜਾ ਕੇ ਦਰਸ਼ਨ ਵੀ ਕਰ ਸਕਦੇ ਹੋ ਆਪ ਜੀ। ਸੋ ਜੋ ਹੈ ਮਹਾਰਾਜ ਜੀ ਨੇ ਇਹ ਬਾਣੀ ਹੈ ਦੁਰਗਾ ਕਵਚ ਨਾਮਕ ਕਰਕੇ ਇਹ ਬਾਣੀ ਅੰਕਿਤ ਹੈ ਸ਼੍ਰੀ ਸਰਬਲੋ ਗ੍ਰੰਥ ਸਾਹਿਬ ਦੇ ਵਿੱਚ। ਸੋ ਇਹ ਜੋ ਬਾਣੀ ਹੈ ਸਰਬਲੋ ਮਹਾਰਾਜ ਦੇ 101 ਤੋਂ 102 ਪੰਨੇ ਦੇ ਉੱਪਰ ਅੰਕਿਤ ਹੈ। ਸੋ ਪੁਰਾਤਨ ਜੋ ਗੁਰਸਿੱਖ ਨੇ ਸਾਧ ਸੰਗਤ ਜੀ ਇਹ 6-7 ਤਰ੍ਹਾਂ ਦੇ ਕਵਚਾਂ ਦਾ ਪਾਠ ਕਰਿਆ ਕਰਦੇ ਸਨ ਨਿਤਨੇਮ ਦੇ ਵਿੱਚ। ਸੋ ਇਹ ਤਾਂ ਕਰਕੇ ਕਰਿਆ ਕਰਦੇ ਸਨ, ਕਵਚ ਅਰਥ ਹੁੰਦਾ ਸਾਧ ਸੰਗਤ ਬਚਾਉਣੇ ਵਾਲਾ ਸਰੀਰ ਨੂੰ। ਸੋ ਜਿਵੇਂ ਸਾਧ ਸੰਗਤ ਜੀ ਬਾਹਰ ਤੋਂ ਆਪਾਂ ਲੋਹੇ ਦੇ ਕਵਚ ਧਾਰਨ ਕਰ ਲਈਏ ਸਰੀਰ ਨੂੰ ਬਚਾਉਣ ਵਾਸਤੇ, ਉਸੇ ਤਰ੍ਹਾਂ ਦੇ ਨਾਲ ਇਹ ਸਾਧ ਸੰਗਤ ਜੀ 6-7 ਤਰ੍ਹਾਂ ਦੇ ਕਵਚ ਹੁੰਦੇ ਸੀ। ਜਿਵੇਂ ਇੱਕ ਤਾਂ ਸੂਰਜ ਕਵਚ ਹੋ ਗਿਆ, ਰਾਮ ਕਵਚ ਹੋ ਗਿਆ, ਦੁਰਗਾ ਕਵਚ, ਬ੍ਰਹਮ ਕਵਚ, ਸ੍ਰੀ ਸਰਬਲੋ ਕਵਚ, ਕੋਟ ਕਵਚ ਅਤੇ ਸਾਧ ਸੰਗਤ ਜੀ ਇੱਕ ਸ੍ਰੀ ਸ਼ਸਤਰ ਨਾਮ ਮਾਲਾ ਕਵਚ ਹੋ ਗਿਆ। ਸੋ ਇਹ ਸਾਧ ਸੰਗਤ 6-7 ਪ੍ਰਕਾਰ ਦੇ ਕਵਚਾਂ ਦਾ ਅਭਿਆਸ ਕਰਦੇ ਸਨ ਆਤਮਾ ਦੀ ਰੱਖਿਆ ਵਾਸਤੇ। ਸੋ ਜਿਵੇਂ ਆਤਮਾ ਦੀ ਰੱਖਿਆ ਕਿਵੇਂ, ਵਿਕਾਰਾਂ ਤੋਂ ਰੱਖਿਆ ਵਾਸਤੇ। ਸੋ ਜਿਵੇਂ ਆਪਣਾ ਆਤਮਾ ਜਿਹੜੀ ਅਡੋਲ ਰਵੇ, ਕਿਉਂਕਿ ਯੁੱਧ ਦੇ ਵਿੱਚ ਸਾਧ ਸੰਗਤ ਜੀ ਆਤਮਾ ਅਡੋਲ ਰਹਿੰਦੀ ਹੈ, ਜਿਹਦਾ ਮਨ ਅਡੋਲ ਰਹਿੰਦਾ ਹੈ ਉਹੀ ਜੰਗ ਜਿੱਤਦਾ ਹੈ, ਚਾਹੇ ਸਰੀਰਕ ਤੌਰ 'ਤੇ ਬਲ ਵੀ ਨਾ ਹੋਵੇ। ਜੇ ਸਾਧ ਸੰਗਤ ਜੀ ਆਤਮਾ ਤਾਕਤਵਰ ਹੋਵੇਗੀ ਫਿਰ ਚਾਹੇ ਜਿੱਡਾ ਮਰਜ਼ੀ ਬੜੀ ਸੂਰਮਾ ਹੋਵੇ ਉਹਨੂੰ ਉਸ ਬੰਦੇ ਨੂੰ ਹਰਾ ਨਹੀਂ ਸਕਦਾ ਜਿਸ ਦੀ ਆਤਮਾ ਦੇ ਵਿੱਚ ਬਲ ਹੈ। ਸੋ ਆਤਮਾ ਦੀ ਰਕਸ਼ਾ ਵਾਸਤੇ ਦੂਸਰੀ ਗੱਲ ਸਾਧ ਸੰਗਤ ਜੀ ਇਹ ਕਵਚ ਨੇ। ਜਿਵੇਂ ਪੁਰਾਤਨ ਸਮਿਆਂ ਦੇ ਵਿੱਚ ਨਾ ਕੀ ਹੁੰਦਾ ਸੀ, ਜਿਵੇਂ ਰਾਵਣ ਹੋ ਗਿਆ ਸਾਧ ਸੰਗਤ, ਉਹਨੇ ਬ੍ਰਹਮਾ ਤੋਂ ਕਵਚ ਲੈ ਕੇ ਧਾਰਨ ਕਰਿਆ ਹੋਇਆ ਸੀ। ਜਿਵੇਂ ਸੂਰਜ ਦਾ ਪੁੱਤਰ ਕਰਨ ਸੀ, ਇਹਨੂੰ ਸੂਰਜ ਦੇ ਵੱਲੋਂ ਕਵਚ ਮਿਲਿਆ ਹੋਇਆ ਸੀ ਜੋ ਦਿਖਦਾ ਨਹੀਂ ਸੀ, ਉਹਦੇ ਸਰੀਰ ਦੀ ਰਕਸ਼ਾ ਜ਼ਰੂਰ ਕਰਦਾ ਸੀ। ਸੋ ਉਸੇ ਤਰ੍ਹਾਂ ਦੇ ਨਾਲ ਜਿਹੜੇ ਕਵਚ ਸਨ ਇਹਨਾਂ ਦਾ ਅਭਿਆਸ ਕਰਨ ਦੇ ਨਾਲ ਸਿੰਘਾਂ ਦੀ ਸਰੀਰ ਦੀ ਵੀ ਰਕਸ਼ਾ ਹੁੰਦੀ ਸੀ। ਬਈ ਛੇਤੀ ਤੋਂ ਛੇਤੀ ਕੋਈ ਸਿੰਘਾਂ ਨੂੰ ਜਿਹੜਾ ਸੀ ਉਹ ਸ਼ਹੀਦ ਨਹੀਂ ਸੀ ਕਰ ਸਕਦਾ, ਏਡੇ ਜ਼ਿਆਦਾ ਇਹ ਬਲੀ ਹੁੰਦੇ ਸਨ। ਇਹ ਕਵਚ ਆਲੇ ਦੁਆਲੇ ਬਣ ਜਾਂਦੇ ਸਨ, ਬੜੀ ਸੁਰੱਖਿਆ ਦੀ ਲੇਅਰ ਬਣ ਜਾਂਦੀ ਸੀ ਸਿੰਘਾਂ ਦੇ ਆਲੇ ਦੁਆਲੇ। ਸੋ ਇਹ ਜੋ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਸਿੰਘਾਂ ਨੂੰ ਜੋ ਕਵਚਾਂ ਦਾ ਦਾਨ ਬਖਸ਼ਿਆ, ਸੋ ਆਓ ਮਨੋਬਿਰਤੀਆਂ ਕਾਗਰ ਕਰੀਏ ਜੀ ਅਤੇ ਇਹਨਾਂ ਅਕਾਲੀ ਬਾਣੀਆਂ ਦਾ ਜੋ ਹੈ ਕਥਾ ਵਿਚਾਰਨੀ ਆਰੰਭ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ। ਸੋ ਇੱਕ ਹੈ ਅਕਾਲ ਪੁਰਖ ਵਾਹਿਗੁਰੂ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸੋ ਹੁਣ ਉਰੇ ਸਾਧ ਸੰਗਤ ਜੀ ਇੱਕ ਓੰਕਾਰ ਮਹਾਰਾਜ ਨੇ, ਜੇ ਵਿਦਵਾਨਾਂ ਦੀ ਗੱਲ ਮੰਨੀਏ ਜਾਂ ਆਪਾਂ ਵਿਚਾਰੀਏ ਤਾਂ ਇੱਕ ਓੰਕਾਰ ਤਾਂ ਕਰਕੇ ਲਿਖਿਆ ਹੈ ਕਿਉਂਕਿ ਸਾਧ ਸੰਗਤ ਜੀ ਸਾਰਿਆਂ ਦੇ ਵਾਸਤੇ ਨਾ ਧਰਤੀ ਦਾ ਪ੍ਰਕਾਸ਼ਕ, ਧਰਤੀ ਨੂੰ ਬਣਾਉਣ ਵਾਲਾ ਕੋਈ ਹੋਰ ਹੈ। ਸੋ ਜਿਵੇਂ ਹਿੰਦੂਆਂ ਵਾਸਤੇ 3 ਦੇਵਤਿਆਂ ਨੇ ਧਰਤੀ ਬਣਾਈ ਹੈ, ਬ੍ਰਹਮਾ ਵਿਸ਼ਨੂੰ ਮਹੇਸ਼, ਤਿੰਨਾਂ ਨੇ ਮਿਲ ਕੇ ਧਰਤੀ ਦੀ ਸਿਰਜਣਾ ਕਰੀ ਹੈ, ਧਰਤੀ ਨੂੰ ਪ੍ਰਕਾਸ਼ਮਾਨ ਕਰਿਆ ਹੈ। ਸੋ ਜੋ ਨੇ ਸਾਧ ਸੰਗਤ ਜੀ ਇਹ ਵਾਲਮੀਕ ਵਾਲੇ, ਸੋ ਕਹਿੰਦੇ ਨੇ ਸ਼੍ਰੀ ਵਾਲਮੀਕ ਮਹਾਰਿਸ਼ੀ ਨੇ ਧਰਤੀ ਦੀ ਸਾਜਨਾ ਕਰੀ ਹੈ। ਸੋ ਜਿਵੇਂ ਹੁਣ ਜਿਹੜੇ ਕ੍ਰਿਸ਼ਨ ਦੇ ਭਗਤ ਨੇ ਉਹ ਕਹਿੰਦੇ ਨੇ ਕ੍ਰਿਸ਼ਨ ਜੀ ਨੇ ਧਰਤੀ ਬਣਾਈ ਹੈ, ਮੁਹੰਮਦ ਦੇ ਭਗਤ ਕਹਿੰਦੇ ਨੇ ਮੁਹੰਮਦ ਨੇ ਬਣਾਈ ਹੈ। ਸੋ ਅਲੱਗ-ਅਲੱਗ ਸਹਾਬ ਦੇ ਨਾਲ ਜਿਹੜੇ ਦੇਵੀ ਦੇ ਭਗਤ ਨੇ ਉਹ ਕਹਿੰਦੇ ਨੇ ਦੁਰਗਾ ਨੇ ਧਰਤੀ ਪੈਦਾ ਕਰੀ ਹੈ। ਸੋ ਗਣੇਸ਼ ਦੇ ਭਗਤ ਕਹਿੰਦੇ ਨੇ ਗਣੇਸ਼ ਨੇ ਧਰਤੀ ਬਣਾਈ ਹੈ। ਸੋ ਸਾਰਿਆਂ ਦੇ ਵਾਸਤੇ ਧਰਤੀ ਨੂੰ ਬਣਾਉਣ ਵਾਲਾ ਅਲੱਗ-ਅਲੱਗ ਹੈ।
सो महाराज ने उरे एक ओंकार लिख के गल ही खत्म कर दी बई सारिਆਂ ਨੂੰ प्रकाशमान करने वाला सारिਆਂ ਨੂੰ बनाने वाला केवल एक ही है, बहुत नहीं ਹਨ। एक अद्वैत स्वरूप परमात्मा ओंकार सारिਆਂ ਦਾ प्रकाशक है ਜਿਹੜਾ श्री वाहेगुरु जी की फतेह। सो श्री कह लिए बड़ा सत्कारयोग सारिਆਂ तो सन्मानक सारिਆਂ तो उपर जिहड़ा सन्मान मिलता है श्री। सो श्री कह दिए माया का पति। सो जिन्नी भी साध संगत जी माया किला पैसे नूं नहीं, आपां माया तां पैसे नूं समझण लग जाते हैं भी जिहड़े नोट चढ़ते ने माया है। सो ये साध संगत माया नहीं है, माया की सिर्फ एक अकांगी है जिहड़ी आपां नूं दिखदी है ते अपनी बुद्धि दे विच आ जाती है। पर साध संगत जी आह जिन्नी भी चीज़ है ना, अपने हाथ हो गए, अपने शरीर हो गया, ये सब माया ही है। सो एक बार साध संगत जी बाबा अतर सिंह जी साहब मस्तूआणे वालियां कोल ना एक पंडित आया। सो वो आके ना कहन लग्या बाबा जी साहब नूं बई बाबा जी तुसीं काहदे संतों? संत तां मैं हाँ जिन्हें माया त्याग दी, तुसीं तां लोकां दा चढ़ावा लई जा रहे हो। सो बाबा जी कहते भाई जे तो माया त्याग दी फिर आए कर जिहड़े हथ लगे ने इन्हां नूं भी वढ दे, ये काहदे ते रख रखे ने, ये भी तो माया का ही स्वरूप है। सो साध संगत जी श्री जिन्नी भी माया है उन्हां सारिਆਂ ਦਾ जिहड़ा पति है अकाल पुरख श्री वाहेगुरु जी की फतेह। सो माया का पति जिहड़ा आश्चर्य रूप गुरु है जिहदा भेद नहीं पाया जा सकता, जी की फतेह। सो साध संगत जी जिमें कोई देश है, देश की सेना होवे, सो जा कोई राजा राजे की सेना होवे, सो कला राजा तो नहीं लड़ाई जित सकता, राजे की सेना राजे वास्ते लड़ाई करती है। जे उसकी सेना जित जाती है राजे की तो जितदा सहरा राजे की सेना नहीं बनाया जाता, राजे नूं पाया जाता है भी राजा जित गया, फलाना राजा जित गया। सो उस तरह के नाल जिहड़ा यह खालसा है अकाल पुरख की फौज है। सो जिन्नी भी खालसे की जित है वह सारी अकाल पुरख के सिर ते ही है, वह जित का सिरा सारा अकाल पुरख के सिर ते ही है। पातशाही दसवीं। सो हुण कई ना उरे शंका करते ने बई ये पातशाही शब्द है ये राज नूं सूचक करदा है, ये तो हंकार का वाचक आ गया। सो गुरु गोबिंद सिंह अपने वास्ते पातशाह नहीं लिख सकते, ये किसी होर दी मिलावट है। सो नहीं साध संगत जी जे महला शब्द का अर्थ करिए ना, महल्ले शब्द का अर्थ ये हो गया, पहला भी दसिया सी एक बार कथा दे विच बई महला शब्द का अर्थ हो गया भी जिहड़ी राज गद्दी है ये बदल बदल के जाई जाएगी। सो जिवें आपां सराए बलवान दी वार दे विच पढ़दे हाँ, जो तू हाँ जुगता साए सह काया फिर पलटी है। भाव साध संगत जी जोत तो वही है पर काया पलटी जाती है, पर पातशाही शब्द के उपर आके हो गया भी अस्थिर खड़ गई है जोत जिहड़ी। हुण 10वें पातशाह के समय 10वें पातशाह तो बाद कोई शरीरक तौर पर गुरु नहीं आया। सो तां करके महाराज ने कहा भी जिहड़ी ये जोत है हुण अस्थिर खड़ गई है, ये जोत किसी होर दे विच नहीं, किसी होर शरीर च अगे जाके प्रवेश नहीं करेगी। सो ये जोत है इक्को ग्रंथ के अंदर संकलन होकर रह जाएगी, जोत अगे बदलेगी नहीं। सो तां करके उहदे पातशाही शब्द का उल्लेख आया है। 10वें पातशाह फरमाउंदे हन बिसन पद। सो बिसन पद का अर्थ हो गया भी ओ पद ओ गाना या ओ गीत या ओ बाणी जिहदे विच अकाल पुरख की गल करी जावे। सो हुण बिसन के अर्थ आपां इह ना लगा लईए भी विष्णु नूं कहा है। सो विष्णु के अर्थ है उरे लगाए महाराज जी ने, विष्णु हो गया जिहड़ा वसुआं का राजा होया, 8 प्रकार के वसु ने साध संगत धरती के उपर। सो उन्हां दा जिहड़ा राजा है वह विष्णु है। सो विष्णु जी ने सृष्टि नूं विश्व नूं साजिया है, वह विष्णु है। विष्णु जिहड़ा सारी सृष्टि का पति परमेश्वर है वह विष्णु है। पद नाम साध संगत जी पौड़ियां का हो गया। सो उस अकाल पुरख की याद दे विच मैं पौड़ियां गा रहा हाँ। गौंड बिलावल। सो श्री गुरु ग्रंथ साहिब जी महाराज जी के अंदर भी
ਗੌਂਡ ਰਾਗ ਅਤੇ ਬਿਲਾਵਲ ਰਾਗ ਆਉਂਦਾ ਹੈ। ਪਰ ਮਹਾਰਾਜ ਨੇ ਤਰਤੀਬ ਇਸ ਤਰ੍ਹਾਂ ਨਾਲ ਬੰਨੀ ਹੈ, ਪਹਿਲਾਂ ਬਿਲਾਵਲ ਰਾਗ ਆਉਂਦਾ, ਫਿਰ ਗੌਂਡ ਰਾਗ ਆਉਂਦਾ ਹੈ। ਸੋ ਉਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਉਰੇ ਮਹਾਰਾਜ ਜੀ ਸਰਬਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੌਣ ਬਿਲਾਵਲ ਰਾਗ ਦੇ ਵਿੱਚ ਫਰਮਾਉਂਦੇ ਨੇ। ਸੋ ਸਾਧ ਸੰਗਤ ਜੀ ਇਹ ਬਿਲਾਵਲ ਸਵੇਰ ਦਾ ਰਾਗ ਹੈ। ਸੋ ਇਹ ਦੋਹੇ ਰਾਗਾਂ ਨੂੰ ਮਿਲਾ ਕੇ ਮਿਸ਼ਰਤ ਰਾਗ ਦੇ ਵਿੱਚ ਇਹ ਜਿਹੜਾ ਸ਼ਬਦ ਹੈ ਇਹ ਮਹਾਰਾਜ ਨੇ ਗਾਇਨ ਕਰਿਆ ਹੈ ਦੁਰਗਾ ਕਵਚ ਵਾਲਾ। ਬਹੁਤ ਪਾਂਤ ਸੋ ਸੁਮਨ ਬਰਖੈ ਰਸਾਲੰਗ। ਸੋ ਮਹਾਰਾਜ ਜੀ ਕਹਿੰਦੇ ਨੇ ਬਹੁਤ ਭਾਂਤ, ਇੰਨੀਆਂ ਹੀ ਪ੍ਰਕਾਰਾਂ ਦੀ ਗਿਣਤੀ ਨਹੀਂ ਕਰੀ ਜਾ ਸਕਦੀ। ਇੰਨੀ ਪ੍ਰਕਾਰ ਦੇ ਜਿਹੜੇ ਨੇ ਸੋ ਸੁਮਨ, ਸੁਮਨ ਸਾਧ ਸੰਗਤ, ਸੁਮਨ ਨਾਮ ਫੁੱਲਾਂ ਦਾ ਹੈ। ਸੋ ਇਹ ਸੰਸਕ੍ਰਿਤ ਦਾ ਸ਼ਬਦ ਹੈ ਜਿਹੜਾ ਸੁਮਨ ਹੈ, ਸੁਮਨ ਨਾਮ ਫੁੱਲਾਂ ਦਾ ਹੈ। ਮਹਾਰਾਜ ਜੀ ਕਹਿੰਦੇ ਨੇ ਬੜੇ ਭਾਂਤ ਦੇ ਜਿਹੜੀ ਫੁੱਲਾਂ ਦੀ ਹੈ ਵਰਖਾ ਹੋ ਰਹੀ ਹੈ। ਰਸਾਲੰਗ ਅਤੇ ਜਿਹੜੀ ਉਹ ਵਰਖਾ ਹੋ ਰਹੀ ਹੈ ਨਾ ਫੁੱਲਾਂ ਦੀ, ਮੇਰੇ ਮਨ ਨੂੰ ਬੜੀ ਸੁੰਦਰ ਲੱਗ ਰਹੀ ਹੈ, ਰਸੀਲੀ ਲੱਗ ਰਹੀ ਹੈ। ਸੁਗੰਧੰ ਅਨੇਕੰ ਸਰਸ ਪੁਸ਼ਪਮਾਲੰ। ਸੋ ਉਹ ਜਿਹੜੇ ਫੁੱਲ ਵਰਖ ਰਹੇ ਨੇ ਉਹਨਾਂ ਦੇ ਵਿੱਚੋਂ ਇੰਨੀ ਸੋਹਣੀ ਸੁਗੰਧੀ ਆ ਰਹੀ ਹੈ, ਮੇਰੇ ਜੀ ਨੂੰ ਬੜੇ ਸੁਗੰਧਿਤ ਲੱਗ ਰਹੇ ਨੇ, ਬੜੇ ਖੁਸ਼ਬੂਦਾਰ ਹਨ ਉਹ ਫੁੱਲ। ਸਰਸ ਪੁਸ਼ਪ ਮਾਲੰ, ਅਤੇ ਉਹ ਫੁੱਲਾਂ ਦੀ ਜਿਹੜੀ ਹੈ ਮੈਂ ਹੁਣ ਮਾਲਾ ਬਣਾ ਲਈ ਹੈ, ਇੰਨੇ ਜ਼ਿਆਦਾ ਸੁੰਦਰ ਲੱਗ ਰਹੇ ਨੇ ਮੈਨੂੰ ਉਹ ਫੁੱਲ। ਸੋ ਮਹਾਰਾਜ ਜੀ ਉਰੇ ਸਾਧ ਸੰਗਤ ਜੀ ਇਹ ਸ਼ਬਦ ਰੂਪੀ ਫੁੱਲਾਂ ਦੀ ਗੱਲ ਕਰ ਰਹੇ ਨੇ। ਸੋ ਮਹਾਰਾਜ ਕਹਿ ਰਹੇ ਨੇ ਵੀ ਮੇਰੇ ਚਿੱਤ ਦੇ ਵਿੱਚੋਂ ਬੜੇ ਭਾਂਤ ਦੀ ਉਪਮਾਵਾਂ ਰੂਪੀ ਫੁੱਲ ਆ ਰਹੇ ਨੇ। ਸੋ ਮੇਰੇ ਚਿੱਤ ਦੇ ਵਿੱਚ ਬੜੀ ਭਾਂਤ ਦੀ ਉਪਮਾਵਾਂ ਦੀ ਵਰਖਾ ਹੋ ਰਹੀ ਹੈ, ਜਿਵੇਂ ਫੁੱਲਾਂ ਦੀ ਵਰਖਾ ਹੁੰਦੀ ਹੈ। ਸੋ ਉਹ ਸਾਰੀਆਂ ਫੁੱਲਾਂ ਨੂੰ ਮੈਂ ਇੱਕ ਧਾਗੇ ਦੇ ਵਿੱਚ ਪਰੋ ਰਿਹਾ ਹਾਂ, ਇੱਕ ਪਾਠ ਦੇ ਵਿੱਚ ਮੈਂ ਪਰੋ ਰਿਹਾ। ਇਹ ਸਾਰਾ ਪਾਠ ਸਾਧ ਸੰਗਤ ਮਾਲਾ ਹੈ। ਸੋ ਜਿਵੇਂ ਮਾਲਾ ਦੇ ਵਿੱਚ ਸਿਰਫ ਮਣਕੇ ਦੀ ਗੱਲ ਹੋਵੇ, ਮਣਕਾ ਹੀ ਮਣਕਾ ਆਉਂਦਾ, ਇੱਕ ਮਣਕਾ ਚੱਕੇ ਫਿਰ ਦੂਸਰਾ ਮਣਕਾ ਆ ਜਾਂਦਾ ਹੈ। ਸੋ ਜਿਸ ਤਰ੍ਹਾਂ ਦੇ ਨਾਲ ਮਾਲਾ ਦੇ ਵਿੱਚ ਮਣਕੇ ਦੀ ਗੱਲ ਹੁੰਦੀ ਹੈ, ਇਕੱਲਾ ਮਣਕਾ ਹੀ ਹੁੰਦਾ ਹੈ, ਉਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਇਹ ਸ਼ਬਦ ਦੇ ਵਿੱਚ ਸਿਰਫ ਜਿਹੜੀ ਹੈ ਉਸ ਅਕਾਲ ਦੀ ਉਸਤਤੀ ਹੀ ਹੋਵੇਗੀ। ਤਾਂ ਕਰਕੇ ਮਹਾਰਾਜ ਕਹਿ ਰਹੇ ਨੇ ਅਲੱਗ-ਅਲੱਗ ਭਾਂਤਾਂ ਦੀ ਜਿਹੜੀ ਹੈ ਮੇਰੇ ਮਨ ਦੇ ਵਿੱਚ ਉਪਮਾ ਆ ਰਹੀ ਹੈ, ਅਲੱਗ-ਅਲੱਗ ਭਾਂਤ ਦੇ ਉਪਮਾ ਦੀ ਵਰਖਾ ਹੋ ਰਹੀ ਹੈ, ਅਤੇ ਮੈਂ ਸਾਰੀਆਂ ਉਪਮਾਵਾਂ ਨੂੰ ਇੱਕ ਧਾਗੇ ਦੇ ਵਿੱਚ ਪਰੋ ਰਿਹਾ ਹਾਂ। ਜਪੈ ਮੰਤਰ ਕਵਚੰਗ ਦਵਾ ਚਰਨ ਪੂਜੈ। ਸੋ ਮਹਾਰਾਜ ਜੀ ਕਹਿ ਰਹੇ ਨੇ ਜਿਹੜੇ ਇਸ ਪਾਠ ਨੂੰ ਕਰਨਗੇ, ਸੋ ਮਹਾਤਮ ਦੱਸਿਆ ਮਹਾਰਾਜ ਜੀ ਨੇ ਉਰੇ। ਸੋ ਮਹਾਰਾਜ ਜੀ ਦੇ ਸਾਧ ਸੰਗਤ ਜੀ ਜੇ ਆਪਾਂ ਜ਼ਿਆਦਾਤਰ ਬਾਣੀਆਂ ਦੇ ਵਿੱਚ ਦੇਖੀਏ ਨਾ, ਜਿਵੇਂ ਆਨੰਦ ਸਾਹਿਬ ਦੇ ਵਿੱਚ ਦੇਖਦੇ ਹਾਂ ਆਪਾਂ, ਸੋ ਆਨੰਦ ਸਰੋਵਰ ਭਾਗਿਓ ਸਗਲ ਮਨੋਰਥ ਪੂਰੇ। ਸੋ ਜਿਹੜਾ ਬਾਣੀ ਦਾ ਮਹਾਤਮ ਹੁੰਦਾ ਹੈ ਨਾ ਉਹ ਅਖੀਰ ਦੇ ਵਿੱਚ ਦੱਸਦੇ ਹੁੰਦੇ ਨੇ। ਸੋ ਪਰ ਸਾਧ ਸੰਗਤ ਜੀ ਮਹਾਰਾਜ ਜੀ ਨੇ ਉਹਦੇ ਕਿਰਪਾ ਕਰੀ ਹੈ ਵੀ ਇਹ ਬਾਣੀ ਦਾ ਮਹਾਤਮ ਮਹਾਰਾਜ ਨੇ ਪਹਿਲਾਂ ਹੀ ਦੱਸ ਦਿੱਤਾ ਹੈ। ਸੋ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਇਸ ਮੰਤਰ ਦਾ, ਇਸ ਬਾਣੀ ਦਾ ਪਾਠ ਕਰੇਗਾ, ਦੇਵਤੇ ਵੀ ਉਸਦੇ ਚਰਨਾਂ ਨੂੰ ਪੂਜਣਗੇ। ਅਨੇਕ ਪਾਠ ਮੰਤਰੰ ਤਜੈ ਭਾਵ ਦੂਜੈ। ਸੋ ਜੇ ਇਹਦਾ ਜ਼ਿਆਦਾ ਅਭਿਆਸੀ ਹੋ ਜਾਵੇ ਕੋਈ ਇਸ ਬਾਣੀ ਦਾ, ਮਹਾਰਾਜ ਜੀ ਮਹਿਮਾ ਦੱਸ ਰਹੇ ਨੇ ਬਾਣੀ ਦੀ, ਕਹਿੰਦੇ ਜਿਹਦਾ ਜ਼ਿਆਦਾ ਅਭਿਆਸ ਕਰੀਏ, ਬਹੁਤ ਜ਼ਿਆਦਾ ਇਹਨੂੰ ਅਭਿਆਸ ਦੇ ਵਿੱਚ ਧਾਰਨ ਕਰ ਲਈਏ, ਨਿਤਨੇਮ ਬਣਾ ਲਈਏ, ਤਾਂ ਜਿੰਨੇ ਵੀ ਮਨ ਦੇ ਵਿੱਚ ਸਾਧ ਸੰਗਤ ਜੀ ਵਕਾਰ ਚੱਲਦੇ ਨੇ ਨਾ, ਤਜੈ ਦਾ ਅਰਥ ਹੋ ਗਿਆ ਛੱਡਣਾ ਜਾਂ ਛਡਾਉਣਾ। ਸੋ ਭਾਵ ਦਾ ਅਰਥ ਹੋ ਗਿਆ ਭਾਵਨਾਵਾਂ, ਜਿਵੇਂ ਕਾਮ ਵੀ ਇੱਕ ਸਾਧ ਸੰਗਤ ਭਾਵ ਹੈ, ਕ੍ਰੋਧ ਵੀ ਇੱਕ ਭਾਵ ਹੈ, ਹੰਕਾਰ ਵੀ ਇੱਕ ਭਾਵ ਹੈ, ਈਰਖਾ ਵੀ ਇੱਕ ਭਾਵ ਹੈ। ਸੋ ਭੁੱਖ ਲੱਗਣਾ ਵੀ ਇੱਕ ਭਾਵ ਹੈ, ਸੋ ਸੌਣਾ ਵੀ ਇੱਕ ਤਰ੍ਹਾਂ ਦਾ ਭਾਵ ਹੈ। ਸੋ ਸਾਰੇ ਤਰ੍ਹਾਂ ਦੇ ਜਿਹੜੇ ਭਾਵ ਨੇ ਸਾਧ ਸੰਗਤ ਮਹਾਰਾਜ ਜੀ ਕਹਿੰਦੇ ਇਸ ਬਾਣੀ ਦਾ ਪਾਠ ਕਰਨ ਦੇ ਨਾਲ ਛੁੱਟ ਜਾਣਗੇ। ਦੂਜੇ ਭਾਵ ਨੇ ਇਹ ਭਾਵ ਜਿਹੜੇ ਦੂਸਰੇ ਤੀਸਰੇ ਪ੍ਰਕਾਰ ਦੇ ਭਾਵ ਨੇ ਜਿਹੜੇ ਮਨ ਨੂੰ ਵਿੱਚ ਚਲਾਉਂਦੇ ਨੇ, ਉਹ ਸਾਰੇ ਛੁੱਟ ਜਾਣਗੇ ਇਸ ਬਾਣੀ ਦਾ ਜਾਪ ਕਰਨ ਦੇ ਨਾਲ। ਇਕਾਗਰ ਹਿਰਦੈ ਚਿੱਤ ਦੈ ਚਰਨ ਪੂਜਾ। ਸੋ ਮਹਾਰਾਜ ਕਹਿੰਦੇ ਨੇ ਵੀ ਇਸ ਬਾਣੀ ਨੂੰ ਪੜ੍ਹਨਾ ਕਿਵੇਂ ਹੈ।
सो महाराज जी कहते ने हिरदे नूं एकाग्र करके पढ़ना है, बिल्कुल एकाग्र चित्त होके। एकाग्र हृदय चित्त दै चरण पूजा। सो अपना जिहड़ा चित्त है वो अकाल पुरख के चरणों के विच टिका लेना है। दै नाम उरे देव दा है, भाव देवतियां दा भी जिहड़ा देवता है उहदे चरणों के विच अपना चित्त टिका देना है। एकाग्र हृदय चित्त दै चरण पूजा। एक इहदा अर्थ होर भी बन गया भी देवतियां दे देवते दे चरणों में चित्त टिकाउणा है। ਅਤੇ ਇਹਦਾ ਅਰਥ ਇਹ ਵੀ ਬਣ ਗਿਆ ਦੈ ਸ਼ਬਦ ਦਾ ਬਈ ਉਸ ਅਕਾਲ ਪੁਰਖ ਨੂੰ ਆਪਣਾ ਚਿੱਤ ਦੇ ਦੇਵੋ। ਇੰਨੀ ਜ਼ਿਆਦਾ ਡੂੰਘਾਈ ਦੇ ਵਿੱਚ ਜਾ ਕੇ ਬਾਣੀ ਦਾ ਅਭਿਆਸ ਕਰੋ ਇਸ ਦਾ। ਇਕਾਗਰ ਹਿਰਦੈ ਚਿੱਤ ਦੈ ਚਰਨ ਪੂਜਾ। ਸੋ ਇਹ ਪੂਰੀ ਪੰਕਤੀ ਦਾ ਇੱਕ ਹੋਰ ਅਰਥ ਬਣ ਗਿਆ। ਸੋ ਇਹ ਬਾਣੀ ਹੈ ਕਹਿੰਦੇ ਇਹਦਾ ਅਭਿਆਸ ਕਰਨ ਦੇ ਨਾਲ ਚਿੱਤ ਜਿਹੜਾ ਇਕਾਗਰ ਹੋ ਜਾਂਦਾ ਹੈ। सो जिमें चातरी छंद प्रसाद गोबिंदे मुकंदे उधारे अपारे हरियंग करियंग दरनामे कामे का ज़्यादा अभ्यास करिए आपां तां मन एकाग्र हो जाता है। उस तरह के नाल महाराज कह जाते ने भी जे बाणी का अभ्यास करिए ज़्यादा तां जिहड़ा है चित्त बिरती एकाग्र कर देंदी है, अकाल पुरख के चरणों में चित्त टिका देंदी है। पठै जाप मंत्रं दजै भाव दूजा। सो जेदा आपां जाप अजपा जाप चला लईए, भाव पढ़ते रहिए इस बाणी नूं तां जिहड़े ने अपने भाव ने काम क्रोध मोह रूपी भाव जां भावनावां ने ਉਹ ਸਾਰੀਆਂ ਛੁੱਟ ਜਾਣਗੀਆਂ ਆਪਣੀਆਂ। ਅਤੇ ਮਹਾਰਾਜ ਕਹਿੰਦੇ ਨੇ ਇਹਦਾ ਜਾਪ ਪ੍ਰਯੋਗ ਵੀ ਕਰੋ। ਸੋ ਜਿਵੇਂ ਸਾਧ ਸੰਗਤ ਜੀ ਜਾਪ ਪ੍ਰਯੋਗ ਇਸ ਤਰ੍ਹਾਂ ਦੇ ਨਾਲ ਹੁੰਦਾ ਹੈ ਬਈ ਜੋਤ ਜਗਾ ਕੇ ਧੂਫ ਜਗਾ ਕੇ ਸਾਧ ਸੰਗਤ ਜੀ ਪੋਥੀ ਦਾ ਪ੍ਰਕਾਸ਼ ਕਰਕੇ ਜਿਹੜਾ ਬਾਣੀ ਪੜ੍ਹਨੀ ਹੈ ਕੋਲ ਜਲ ਦਾ ਗੜਵਾ ਰੱਖ ਕੇ ਸੋਹਣੇ ਚਿੱਟੇ ਵਸਤਰ ਪਹਿਰ ਕੇ ਜਾਂ ਸਵੱਛ ਵਸਤਰ ਪਹਿਨ ਕੇ ਸਵੱਛ ਸਥਾਨ 'ਤੇ ਬੈਠ ਕੇ 40 ਦਿਨ 45 दिन महीना सो जिन्ने भी दिन अपना मन करता है उन्ने दिन उस बाणी नूं पढ़ना हुंदा है। सो महाराज कहते इहदा जाप प्रयोग करो सिखो तां तुहाडे मन दे जिहड़े वकार ने क्योंकि आत्मा दे आले दाले कवच पैदा करने ना महाराज ने आत्मा अडोल बनाउणी है। तां करके साध संगत जी महाराज जी कह रहे ने भी इहदा जाप प्रयोग करो जिहदे नाल तुहाडी आत्मा है जिहड़ी ओह अडोल हो जावे, भरमां तो रहत हो जावो क्योंकि भरम भेग ते रह निहारा सो खाल सतगुरु हमारा। तोनं शंख कंटं नफीरं बजावे। सो जेड़े कहते इस बाणी का जाप करते ने ना उन्हां वास्ते देवी देवते फुल्लां दियां बरखावां करते ने। धन जियो तह को जग में मुक्ते हर चित में युद्ध विचार है। सो संकन की तन कंटन की कर फूलन की बरखा बरखावै आरती कोट करे सुर सुंदर पेख पुरंदर के बल जावै। इस तरह के नाल याते प्रसन्न भये है महामुन देवन के तब मैं सुख पावै। सो यही गल महाराज कह रहे ने भी तुनंग संग कंटन नफीरंग बजावै। सो ओहदे महिमा दे विच जिहड़ा बाणी दा जाप करदा है धौंसे वजदे ने संख वजदे ने जदों ओह बैकुंठा नूं जांदा उहदी जय जयकार हो जाती है। तुनंग संख कंटन नफीरंग बजावै। सो जे अखरी अर्थ करिए तो अखरी अर्थ ये बनते हैं बई जद बाणी का जाप करना है कोल घंटी भी रखनी है, जब बाणी समाप्त होगी तो घंटी बजा देनी है। सो शुरुआत दे विच शंख बजा देना है। सो आपां ये देखिए आपां नूं तो औखा लग रहा साध संग या पुरातन सिंह किसी भी बाणी का ना भोग पाउंदे सी दसम महाराज दे वल्लों लिखी हुई बाणी का ਜਾਂ ਹੁਣ भी तुसीं देख लो हजूर साहब जाके दर्शन कर लो ਜਾਂ ਨਿਹੰਗ ਸਿੰਘਾਂ ਦੇ ਕੋਲ चले जाओ टकसालां दे विच ले जाओ ਉਹ ਕੋਲ ना घंट रखते ने घंटा रखते ने कोले। सो जदों कोई भी बाणी का समाप्ति हुंदी है सो नाले दा उच्ची उच्ची बाणी नूं पढ़दे ने नाले घंटी बजाउंदे ने भी समाप्त हो गई है बाणी। सो जिहड़ी ये घंटी आपां ने कोल है ना आपां महाराज दे आगमन विच जाउंदे हुंदे आ ਇਹਦਾ असली उद्देश्य आही सी भाई जब कोई बाणी की समाप्ति होवे तां उस समाप्ति के उपर इसनूं बजा देना करना। सो तां करके साध संगत महाराज जी उरे कह रहे ने बई ये जिहड़े है तुसीं संख नाद पूर के अते समाप्ति के उपर घंटियां खड़का के इस बाणी का समापन करिया करो।
परम देव दुर्गा सबै सुर मनावै। सो साध संगत जी उरे है शक्ति की महिमा करी गई है, अकाल पुरख की महिमा करी गई है। कहते बई उस अकाल पुरख नूं जिहड़ा परम है, परम सब तो उपर हो गया, जिहड़ा सारियां तो पूजनीक है, सारियां दा जिहड़ा श्रेष्ठ है, परम देवता, देवतियां दा भी जिहड़ा देवता है दुर्गा। सो जिन्हों दुर नाम साध संगत जी बड़े औखे दा है, गा नाम गौणे दा है। सो जिन्हों जिहदा अंत पाना बहुत ज़्यादा औखा है, संधि विछेद करो शब्द का तो ये अर्थ निकलणगे जिहदा अंत पाना बड़ा ज़्यादा औखा है, जिहदा कोई अंत नहीं पाया जा सकता। सो जिसनों सारे देवी देवते मनाउंदे हन वह अकाल पुरख है, जिहड़ा उसका नाम जपना करो। ररै जाप मंत्रं कथै जाप रासंग। सो ररै नाम हो गया रारने का, रारना नाम हो गया साध संगत जी कथने का, कथना नाम हो गया अभ्यास का या पढ़ने का। सो कहते महाराज ये मंत्र इसका अजपा जाप चलाओ, इसका जाप करो, इसका जप प्रयोग करना करो। भाव साध संगत जी बाद तो बाद इसका अभ्यास करो इस बाणी का। महाराज कहते हैं नमस्तं नमस्तं नमो दैत्यनाशं। सो कहते महाराज इस बाणी का अभ्यास करो, क्योंकि इस बाणी विच अकाल पुरख की गल करी गई है, कथा जाप रासंग। सो ये महाराज ने पिछली पंक्तियां दे विच ही महाराज ने स्पष्ट कर दिता सी, रासंग जी का नाम जप के शरीर नूं रास आ जावे, रास शांति आ जावे, तां करके उस अकाल पुरख का नाम जपना करो। फिर उस अकाल पुरख की दूसरियां पंक्तियों महिमा करते हैं नमस्तं नमस्तं नमो दैत्यनाशं। सो मेरी उस अकाल पुरख नूं वंदना है जिसने दैंतां का नाश करिया है, देवतियां नूं राज दिता है लैके। प्रबल दुख बसुदाक्षिणक मोह मिटायो। सो प्रबल का अर्थ हो गया बहुत ज़्यादा ताकतवर, सब तो ज़्यादा ताकतवर जिहड़ा दुख है ना। सो महाराज कहते हो ये पाठ करन नाल 1 मिनट दे विच 6 मात्रां दे विच ही मिट जाएगा। सो आपां साध संगत जी इधर उधर भटकते फिरी जाते हैं, जे माड़ा दुख हो जाए तो फलाने ने कहता भी ये कर लो, इसने इस सियाणे ने कहता तो ये कर लवो, अलग अलग तरह के आप अपने कर्म कांड जे करी जाते हैं। पर आपां नूं ये नहीं पता भी अपने कोल तो इन्ना ज़्यादा बड़ा खजाना पिया है, कोई कर्म कांड करने की जरूरत ही नहीं। 6 मात्रां दे विच इन्ने घट समय दे विच अख नूं झमकण दे समय दे विच साध संगत दुखों का नाश कर देवेगी। इन्नी ज़्यादा सतगुरु ने आपां नूं खजाना, इन्नी ज़्यादा महंगी बाणी आपां नूं दान दे विच दित्ती है महाराज ने। अमर लोक का राज देवन देवायो। सो हे अकाल पुरख जी आप जी दे नाम जपण दे नाल दुखों का नाश हो जाता है। आप जी ने अमरपुरी का राज देवतियां नूं, स्वर्गपुरी का राज देवतियां नूं दवाल देना करिया सी। अकाल पुरख जी मैं आप जी नूं नमस्कार करदा हाँ। हनियो दैत राजा सबै दुष्ट मारै। सो रे महाराज जी अगे बेनती करते हैं, महाराज जी की महिमा करते हैं, क्योंकि पहला कहा है ना महाराज ने बई सो अलग अलग भांत के फुलों की बरखा हो रही है, उपमावां की बरखा हो रही है, तां करके उरे फिर उपमा दे रहे ने भी आप जी ने दैंत्यां का राजा जिहड़ा दैंतां का राजा सी रावण, सो महाराज जी ने उसका नाश कर लेना करिया, महिषासुर का नाश कर लेना करिया। सो आप जी कहते ने अकाल पुरख जी आप जी ने दुष्टां का नाश करना करिया है। हनियो दैत्य राजा दैंतां दे राजे नूं मारना करिया है, जिन्ने भी दुष्ट ने उन्होंने संघार देना करिया है, खत्म कर देना करिया है। हनियो दैत्य राजा सबै दुष्ट मारै। सो महाराज उरे कह भी रहे ने, बेनती भी कर रहे ने भी हे अकाल पुरख जी जिस तरह दे नाल
ਤੁਸੀਂ ਦੈਂਤਾਂ ਦਾ ਰਾਜਾ ਸੀ ਜਿਹੜਾ ਰਾਵਣ ਜਾਂ ਮਹਿਕਾਸੁਰ ਉਸ ਨੂੰ ਮਾਰਿਆ ਸੀ ਨਾ, ਉਸੇ ਤਰ੍ਹਾਂ ਦੇ ਨਾਲ ਜਿਹੜੇ ਮੇਰੇ ਦੁਸ਼ਮਣ ਨੇ ਉਹਨਾਂ ਦਾ ਨਾਸ਼ ਕਰ ਲੈਣਾ ਕਰੋ। ਭਗਤ ਦਾਸ ਆਪਨ ਅਨੇਕ ਬਾਰ ਤਾਰੈ। ਸੋ ਹੈ ਅਕਾਲ ਪੁਰਖ ਜੀ, ਆਪ ਜੀ ਦੀ ਤਾਂ ਮਹਿਮਾ ਹੈ ਬਈ ਆਪ ਜੀ ਨੇ ਆਪਣੇ ਭਗਤਾਂ ਨੂੰ ਇੰਨੀ ਵਾਰ ਤਾਰਿਆ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਸੋ ਭਗਤਾਂ ਦੀ ਪੈਜ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਤੁਧ ਰਾਖ ਲਿਏ ਹਰ ਜੀਓ, ਹਰਨਾਕ ਸਮਾਰ ਪਚਾਇਆ। ਸੋ ਮਹਾਰਾਜ ਕਹਿ ਰਹੇ ਨੇ ਬਈ ਭਗਤ ਆਪਣੇ ਭਗਤਾਂ ਨੂੰ ਆਪ ਜੀ ਨੇ ਇੰਨੀ ਵਾਰ ਤਾਰ ਲਿਆ ਹੈ, ਇੰਨੀ ਵਾਰ ਬਾਂਹ ਪਕੜ ਕੇ ਤਮ ਤੋਂ ਕੱਢ ਲਿਆ ਹੈ। ਭਗਤ ਦਾਸ ਆਪਨ ਅਨੇਕ ਬਾਰ ਤਾਰੈ। ਸੋ ਇੱਕ ਤਾਂ ਮਹਾਰਾਜ ਉਹਦੇ ਕਹਿ ਰਹੇ ਨੇ ਵੀ ਤੁਸੀਂ ਇੰਨੀ ਵਾਰ ਆਪਣੇ ਭਗਤਾਂ ਨੂੰ ਤਾਰ ਦਿੱਤਾ, ਮੈਨੂੰ ਵੀ ਤਾਰ ਦੇਵੋ। ਸੋ ਇੱਕ ਉਰੇ ਮਹਾਰਾਜ ਕਹਿ ਰਹੇ ਨੇ ਵੀ ਇਹ ਅਕਾਲ ਪੁਰਖ ਜੀ, ਤੁਸੀਂ ਤਾਂ ਮੈਨੂੰ ਇੰਨੀ ਵਾਰ ਇੰਨੀਆਂ ਮੁਸੀਬਤਾਂ ਤੋਂ ਬਚਾਇਆ ਹੈ। ਸ਼ੁਕਰਾਨਾ ਕਰ ਰਹੇ ਨੇ ਮਹਾਰਾਜ ਉਰੇ। ਜਬੈ ਪੀਰ ਸੰਤਨ ਪਰੈ ਆਨ ਗਾੜਾ। ਸੋ ਜਦੋਂ ਕਹਿੰਦੇ ਬਈ ਇਹ ਅਕਾਲ ਪੁਰਖ ਜੀ, ਆਪ ਜੀ ਦੇ ਭਗਤ ਜਨਾਂ ਦੇ ਉੱਪਰ, ਆਪ ਜੀ ਦੇ ਸੰਤਾਂ ਦੇ ਉੱਪਰ ਭੀੜ ਪੈ ਜਾਂਦੀ ਹੈ, ਬੜੀ ਭਾਰੀ ਪੀੜਾ ਪੈ ਜਾਂਦੀ ਹੈ, ਇੰਨਾ ਭਾਰੀ ਸੰਕਟ ਆ ਜਾਂਦਾ ਹੈ। ਪਕੜ ਬਾਹ ਪਾਉ ਜਲ ਕਰੈ ਬੇਗ ਪਾਰਾ। ਸੋ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਵੀ ਜਦੋਂ ਆਪ ਜੀ ਦੇ ਸੰਤਾਂ ਦੇ ਉੱਪਰ ਬੜੀ ਭਾਰੀ ਪੀੜਾ ਪੈ ਜਾਵੇ ਨਾ, ਹੇ ਅਕਾਲ ਪੁਰਖ ਜੀ, ਆਪ ਜੀ ਆਪਣੇ ਸੰਤਾਂ ਨੂੰ ਬਾਂਹ ਪਕੜ ਕੇ, ਬਾਂਹ ਤੋਂ ਫੜ ਕੇ ਉਸ ਪੀੜਾ ਤੋਂ ਮੁਕਤ ਕਰਾ ਲੈਂਦੇ ਹੋ, ਕਰ ਦਿੰਦੇ ਹੋ। ਬਾਹਾਂ ਪਕੜ ਤਮ ਤੇ ਕਾਢਿਆ, ਕਰ ਆਪਣਾ ਲੀਨਾ ਰਾਮ। ਸਨੈ ਦੇਵ ਜਗਮਾਤ ਕੈਲਾਸ ਬਾਸੀ। ਸੋ ਸਾਧ ਸੰਗਤ ਜੀ, ਸਨੈ ਦੇਵ ਜਗਮਾਤ, ਸੋ ਜਿਹੜੀ ਇਹ ਕਹਿੰਦੇ ਨੇ ਬਈ ਜਗ ਦੀ ਮਾਤਾ ਕਹੀ ਜਾਂਦੀ ਹੈ ਵੀ ਪਾਰਵਤੀ ਨੇ ਜਿਹੜੀ ਹੈ ਜਗ ਦੀ ਰਚਨਾ ਕਰੀ ਸੀ। ਸੋ ਪਾਰਵਤੀ ਹੈ ਜਿਹੜੀ, ਤੇ ਕੈਲਾਸ਼ ਪਰਬਤ ਦੇ ਜਿੰਨੇ ਵੀ ਵਾਸੀ ਨੇ। ਦੇਵ ਜਗਮਾਤ ਦੇ ਸਾਧ ਸੰਗਤ ਜੀ ਉਰੇ ਦੇਵਤਿਆਂ ਦੀ ਵੀ, ਸਾਰੇ ਦੇਵਤਿਆਂ ਦੀ ਵੀ ਗੱਲ ਆ ਗਈ ਹੈ। ਸਨੈ ਦੇਵ, ਸੋ ਜਿੰਨੇ ਵੀ ਦੇਵਤੇ ਨੇ ਤੇ ਦੇਵਤਿਆਂ ਦੇ ਨਾਲ ਪਾਰਵਤੀ ਵੀ ਅਤੇ ਜਿੰਨੇ ਵੀ ਕੈਲਾਸ਼ ਦੇ ਵਾਸੀ ਨੇ। ਸਵੈ ਚੜ ਬੇਵਾਨੰ ਚਰੇ ਸੁਰ ਅਨਾਸੀ। ਸੋ ਹੈ ਅਕਾਲ ਪੁਰਖ ਜੀ, ਆਪ ਜੀ ਦੀ ਮਹਿਮਾ ਕਰਨ ਵਾਸਤੇ ਸਾਰੇ ਨੇ ਜਿਹੜੇ ਬਵਾਨਾਂ ਤੇ ਚੜ੍ਹ ਕੇ ਜਿਹੜੇ ਵੀ ਆਪ ਜੀ ਦੀ ਮਹਿਮਾ ਕਰ ਰਹੇ ਨੇ, ਉਹ ਆਪ ਜੀ ਦੇ ਕੋਲ ਪੁੱਜ ਰਹੇ ਨੇ ਮਹਿਮਾ ਕਰਨ ਵਾਸਤੇ। ਸੋ ਸਵੈ ਚੜ ਬੇਵਾਨੰ ਚੜ੍ਹੈ ਸੁਰ ਅਨਾਸੀ, ਇੱਕ ਹੋਰ ਵੀ ਅਰਥ ਹੋ ਗਿਆ ਵੀ ਜਿਹੜੇ ਆਪ ਜੀ ਦੀ ਮਹਿਮਾ ਕਰਦੇ ਨੇ ਉਹ ਬਵਾਨਾਂ ਤੇ ਚੜ੍ਹ ਕੇ, ਸੋ ਉਹ ਸੱਚਖੰਡਾਂ ਨੂੰ, ਬੈਕੁੰਠਾਂ ਨੂੰ ਚੱਲ ਜਾਂਦੇ ਨੇ, ਸੁਰਪੁਰੀ ਨੂੰ ਆਗਮਨ ਕਰ ਲੈਂਦੇ ਨੇ ਜਾ ਕੇ। ਜਯੰ ਜੈਤ ਜੈ ਜੈ ਤੋਨੰ ਸੰਖ ਬਾਜੈ। ਸੋ ਸਾਧ ਸੰਗਤ ਜੀ ਮਹਾਰਾਜ ਕਹਿ ਰਹੇ ਨੇ ਆਪ ਜੀ ਦੀ ਮਹਿਮਾ ਦੇ ਵਿੱਚ ਜੈ ਜੈਕਾਰ ਦੇ ਨਾਦ ਵੱਜ ਰਹੇ ਨੇ। ਸੋ ਸਾਰਾ ਜਿਹੜਾ ਸੰਸਾਰ ਹੈ ਆਪ ਜੀ ਦੀ ਜੈ ਜੈਕਾਰ ਕਰ ਰਿਹਾ ਹੈ, ਨਾਲੇ ਆਪ ਜੀ ਦੀ ਮਹਿਮਾ ਦੇ ਵਿੱਚ ਘੰਟੇ ਖੜਕਾ ਰਿਹਾ ਹੈ, ਸ਼ੰਖ ਵਜਾ ਰਿਹਾ ਹੈ। ਭੈ ਅੰਤਰ ਧਿਆਨੰ ਕੋਰੰ ਨਿਜ ਬੈਰਾਜੈ। ਸੋ ਮਹਾਰਾਜ ਹੁਣ ਕਹਿ ਰਹੇ ਨੇ ਵੀ ਕਿਉਂਕਿ ਸਾਧ ਸੰਗਤ ਜਿਹੜਾ ਇਹ ਪ੍ਰਸੰਗ ਲੱਤਾ ਹੋਇਆ, ਇਹ ਪੂਰਾ ਪਾਠ ਨਹੀਂ ਹੈ, ਇਹ ਪ੍ਰਸੰਗ ਹੈ ਦੁਰਗਾ ਕਵਚ ਇੱਕ ਬਾਣੀ ਦੇ ਵਿੱਚੋਂ। ਸੋ ਇਹ ਬਾਣੀ ਦੇ ਵਿੱਚ ਇੱਕ ਪ੍ਰਸੰਗ ਹੈ, ਜਿਵੇਂ ਸ਼ਸਤਰਨਾਮ ਮਾਲਾ ਦਾ ਜਿਹੜਾ ਪਹਿਲੇ ਅਧਿਆਏ ਦੀ ਕਥਾ ਕਰੀ ਸੀ, ਜਿਵੇਂ ਉਹ ਸਾਧ ਸੰਗਤ ਸ਼ਸਤਰਨਾਮ ਮਾਲਾ ਦੇ ਵਿੱਚੋਂ ਸੀ ਪ੍ਰਸੰਗ ਇੱਕ ਸ਼ਸਤਰਨਾਮ ਮਾਲਾ ਦੇ ਪਹਿਲੇ ਅਧਿਆਏ ਦਾ। ਜਿਵੇਂ ਖੜਗ ਸਿੰਘ ਯੁੱਧ ਦਾ ਆਪਾਂ ਪ੍ਰਸੰਗ ਦੀ ਕਥਾ ਕਰੀ ਸੀ, ਉਹ ਕ੍ਰਿਸ਼ਨ ਅਵਤਾਰ ਦੇ ਪ੍ਰਸੰਗ ਯੁੱਧ ਪ੍ਰਬੰਧਾਂ ਦੇ ਵਿੱਚੋਂ ਇੱਕ ਪ੍ਰਸੰਗ ਸੀ। ਸੋ ਉਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਉਰੇ ਦੇਵਤਿਆਂ ਦੇ ਦੈਂਤਾਂ ਦੀ ਲੜਾਈ ਤੋਂ ਬਾਅਦ ਮਹਾਰਾਜ ਜੀ ਦੁਰਗਾ ਦੇਵੀ ਦੀ, ਜਦ ਦੁਰਗਾ ਦੇਵੀ ਦੇਵਤਿਆਂ ਨੂੰ ਰਾਜ ਦੇ ਕੇ ਬੈਕੁੰਠਾਂ ਨੂੰ ਜਾਣ ਲੱਗਦੀ ਹੈ, ਉਸ ਸਮੇਂ ਸਾਧ ਸੰਗਤ ਜੀ ਜਿਹੜਾ ਇਹ ਕਵਚ ਮਹਾਰਾਜ ਨੇ ਉਚਾਰ ਦੇਣਾ ਕਰਿਆ ਹੈ।
ਸੋ ਮਹਾਰਾਜ ਕਹਿੰਦੇ ਨੇ ਹੁਣ ਦੁਰਗਾ ਦੇਵੀ ਜਿਹੜੇ ਦੇਵਤਿਆਂ ਨੂੰ ਰਾਜ ਦੇ ਕੇ ਅੰਤਰ ਧਿਆਨ ਹੋ ਜਾਂਦੀ ਹੈ ਅਤੇ ਵੈਕੁੰਠਾ ਨੂੰ ਚਲ ਜਾਂਦੀ ਹੈ, ਜਿੱਥੇ ਉਹ ਰਹਿੰਦੀ ਹੈ ਪਰਾਵਿਓਮ ਦੇ ਵਿੱਚ। ਕਰੈ ਸਮਨ ਬਰਖਾ ਰੈ ਮੰਤਰ ਜਾਪੰ। ਸੋ ਜਿਹੜੇ ਦੇਵਤੇ ਨੇ ਉਹ ਇਹ ਪਾਠ ਦਾ ਜਾਪ ਕਰ ਰਹੇ ਨੇ, ਨਾਲੇ ਤਾਂ ਦੁਰਗਾ ਦੇਵੀ ਦੇ ਉੱਪਰ ਫੁੱਲਾਂ ਦੀ ਵਰਖਾ ਕਰ ਰਹੇ ਹਨ। ਸੋ ਇੱਕ ਅਰਥ ਤਾਂ ਹੋਰ ਵੀ ਬਣ ਗਿਆ ਵੀ ਨਾਲੇ ਦਾ ਨਾਲੇ ਫੁੱਲਾਂ ਦੀ ਵਰਖਾ ਕਰੋ ਅਕਾਲ ਪੁਰਖ ਦੀ ਸ਼ਕਤੀਆਂ ਦੇ ਉੱਪਰ, ਨਾਲੇ ਮੰਤਰ ਇਸ ਜਾਪ ਦਾ ਪਾਠ ਕਰ ਲੈਣਾ ਕਰੋ। ਧਰੈ ਧਿਆਨ ਦੁਰਗਾ ਜਿਨੈ ਦੈਤਿ ਖਾਪੰ। ਸੋ ਨਾਲੇ ਦੇਵਤੇ ਸਾਧ ਸੰਗਤ ਕਹਿੰਦੇ ਨੇ ਬਈ ਮਹਾਰਾਜ ਜੀ ਸੰਖਨ ਕੀ ਤੁਨ ਕੰਟਨ ਕੀ ਕਰ ਫੂਲਨ ਕੀ ਵਰਖਾ ਵਰਖਾਵੈ। ਦੁਰਗਾ ਦੇਵੀ ਦੇ ਉੱਪਰ ਸੰਖ ਵਜਾ ਕੇ ਫੁੱਲਾਂ ਦੀ ਵਰਖਾ ਕਰ ਰਹੇ ਨੇ ਅਤੇ ਮਹਾਰਾਜ ਜੀ ਕਹਿੰਦੇ ਨੇ ਵੀ ਦੁਰਗਾ ਦੇਵੀ ਦੇ ਚਰਨਾਂ ਦੇ ਵਿੱਚ ਚਿੱਤ ਟਿਕਾ ਰੱਖਿਆ ਹੈ ਸਭ ਨੇ। ਅਨੇਕ ਪੁਸ਼ਪ ਮਾਲਾ ਸੇਵਾ ਉਰ ਚੜਾਵੈ। ਸੋ ਅਲੱਗ-ਅਲੱਗ ਭਾਂਤ ਦੇ ਫੁੱਲਾਂ ਦੀਆਂ ਮਾਲਾਵਾਂ ਸ਼ਿਵ ਜੀ ਅਤੇ ਉਰ ਨਾਮ ਪਾਰਵਤੀ ਦਾ ਹੈ ਉਰਮਾ। ਸੋ ਜਿਹੜੀ ਉਰਮਾ ਦੇਵੀ ਪਾਰਵਤੀ ਹੈ ਉਹ ਦੁਰਗਾ ਦੇਵੀ ਨੂੰ ਫੁੱਲਾਂ ਦੀ ਮਾਲਾ ਪਾ ਕੇ ਉਸ ਦਾ ਸਾਧ ਸੰਗਤ ਆਦਰ ਕਰ ਰਹੀ ਹੈ। ਨਿਤਾ ਪ੍ਰਤ ਪੂਜਨ ਅਮਰ ਕੁਲ ਕਰਾਵੈ। ਸੋ ਮਹਾਰਾਜ ਕਹਿੰਦੇ ਵੀ ਜਿਹੜਾ ਅਕਾਲ ਪੁਰਖ ਦੀ ਸ਼ਕਤੀਆਂ ਦਾ ਹਰ ਰੋਜ਼ ਜਾਪ ਕਰੇਗਾ ਉਹਦੀ ਜਿਹੜੀ ਕੁਲ ਹੈ ਉਹ ਅਮਰ ਹੋ ਜਾਵੇਗੀ, ਭਾਵ ਤਰ ਜਾਵੇਗਾ, ਉਹਦੀਆਂ ਕੁਲਾਂ ਦੀਆਂ ਕੁਲਾਂ ਤਰ ਜਾਣਗੀਆਂ ਅਤੇ ਆਪ ਵੀ ਤਰ ਜਾਵੇਗਾ। ਉਹ ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਪਵੈ ਨਾ ਭਿਖ। ਸਦਾ ਧਿਆਨ ਚੰਡੀ ਸਕਲ ਦੇਵ ਧਾਰੈ। ਸੋ ਮਹਾਰਾਜ ਕਹਿੰਦੇ ਨੇ ਬਈ ਚੰਡੀ ਦੇਵੀ ਦਾ ਧਿਆਨ ਚੰਡ। ਸੋ ਸਾਧ ਸੰਗਤ ਜੀ ਚੰਡੀ ਦਾ ਅਰਥ ਕਿਉਂਕਿ ਇਹਨੇ ਚੰਡ ਮੁੰਡ ਦਾ ਵੱਧ ਕਰਿਆ ਸੀ ਦੇਵੀ ਨੇ ਅਵਤਾਰ ਧਾਰਨ ਕਰਕੇ, ਤਾਂ ਕਰਕੇ ਇਸਨੂੰ ਚੰਡੀ ਕਹਿ ਦਿੰਦੇ ਨੇ। ਸੋ ਚੰਡੀ ਕਿਉਂਕਿ ਇਹ ਅਗਨੀ ਵਾਂਗੂ ਸਾਧ ਸੰਗਤ ਜੀ ਬੜੀ ਜ਼ਿਆਦਾ ਰੋਹ ਵਾਲੀ ਹੁੰਦੀ ਹੈ, ਬੜੀ ਗੁੱਸੇ ਵਾਲੀ ਹੁੰਦੀ ਹੈ, ਉਹ ਤਾਂ ਕਰਕੇ ਇਸਨੂੰ ਚੰਡੀ ਕਹਿ ਦਿੰਦੇ ਨੇ। ਸੋ ਚੰਡੀ ਸਾਹ ਚੰਡਣ ਦਾ ਨਾਮ ਹੈ। ਸੋ ਜਿਵੇਂ ਕੋਈ ਜੇ ਜ਼ਿਆਦਾ ਸਾਧ ਸੰਗਤ ਜੀ ਤੰਗ ਕਰਦਾ ਹੈ ਕਿਸੇ ਨੂੰ, ਜਿਵੇਂ ਕੋਈ ਦੁਸ਼ਟ ਹੈ, ਦੁਸ਼ਟਾਂ ਨੂੰ ਕਹਿੰਦੇ ਮਹਾਰਾਜ ਜੀ ਵੀ ਚੰਡ ਕੇ ਸੁਧਾਰ ਦਿੰਦੀ ਹੈ, ਭਾਵ ਮਾਰ ਕੁੱਟ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਸਿੱਧਾ ਕਰ ਦਿੰਦੀ ਹੈ। ਸੋ ਜਿਹੜੀ ਐਸੀ ਦੇਵੀ ਹੈ ਉਹਦਾ ਜਿਹੜਾ ਧਿਆਨ ਹੈ ਉਸ ਜਗਤ ਦੀ ਮਾਤਾ ਦਾ ਧਿਆਨ ਸਾਰੇ ਧਾਰ ਕਰਦੇ ਹਨ, ਸਾਰੇ ਉਸਦੇ ਧਿਆਨ ਦੇ ਵਿੱਚ ਚਿੱਤ ਟਿਕਾ ਕੇ ਰੱਖਦੇ ਹਨ ਆਪਣਾ। ਸਭੈ ਦੁਖ ਪਾਪੰ ਦੁਰਗਾ ਤਰਾਸ ਟਾਰੈ। ਸੋ ਕਹਿੰਦੇ ਨੇ ਬਈ ਜਿਹੜੇ ਉਹਦੇ ਧਿਆਨ ਦੇ ਵਿੱਚ ਵਲੀਨ ਰਹਿੰਦੇ ਨੇ ਉਹਨਾਂ ਦੇ ਪਾਪਾਂ ਨੂੰ, ਉਹਨਾਂ ਦੇ ਜਿੰਨੇ ਵੀ ਪਾਪ ਨੇ ਉਹਨਾਂ ਨੂੰ ਦੁਰਗਾ ਦੇਵੀ ਖਤਮ ਕਰ ਦਿੰਦੀ ਹੈ, ਉਹ ਅਕਾਲ ਸ਼ਕਤੀ ਖਤਮ ਕਰ ਦਿੰਦੀ ਹੈ। ਜਿੰਨੇ ਵੀ ਸੰਕਟ ਉਹਨਾਂ ਦੇ ਉੱਪਰ ਆਉਂਦੇ ਨੇ ਉਸਦੇ ਭਗਤਾਂ ਦੇ ਉੱਪਰ, ਜਿਵੇਂ ਪਿੰਡ ਸੰਤਨ ਪੜੈ ਆਨਗਾਰਾ ਪਕੜ ਬਾਹ ਪਾਉਜਲ ਕਰੈ ਵੇਗ ਪਾਰਾ, ਜੋ ਜੋ ਸਰਨ ਪਿਆ ਹਰਿ ਰਾਏ ਸੋ ਦਾਸ ਰਖਿਆ ਆਪਣੇ ਕੰਠ ਲਾਏ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਮਹਾਰਾਜ ਕਹਿੰਦੇ ਨੇ ਬਈ ਜਿਹੜੇ ਵੀ ਦੁਰਗਾ ਦੇਵੀ ਉਸ ਅਕਾਲ ਸ਼ਕਤੀ ਦਾ ਧਿਆਨ ਧਾਰਨ ਕਰਦੇ ਨੇ ਉਹਨਾਂ ਦੇ ਜਿੰਨੇ ਵੀ ਪਾਪ ਨੇ ਖਤਮ ਹੋ ਜਾਂਦੇ ਨੇ। ਪਾਪ ਸਮੂਹ ਵਿਨਾਸ਼ਨ ਕੋ ਕਲਕੀ ਅਵਤਾਰ ਕਹਾਵੇਂਗੇ। ਸੋ ਮਹਾਰਾਜ ਜੀ ਕਹਿੰਦੇ ਨੇ ਵੀ ਸਾਰੇ ਪਾਪ, ਸਾਰੇ ਦੁੱਖ, ਸਾਰੇ ਦਰਿਦਰ ਖਤਮ ਕਰ ਦਿੰਦੀ ਹੈ ਉਹ ਦੇਵੀ, ਉਹ ਅਕਾਲ ਸ਼ਕਤੀ। ਸੋ ਹੁਣ ਉਹਨੇ ਨਾ ਸਮਝ ਨਹੀਂ ਲੈਣਾ ਵੀ ਇਹ ਦੁਰਗਾ ਦੇਵੀ ਜਿਹੜੀ ਮਾਤਾ ਰਾਣੀ ਦੀ ਗੱਲ ਕਰੀ ਗਈ ਹੈ, ਨਹੀਂ ਸਾਧ ਸੰਗਤ ਜੀ ਉਰੇ ਇਸ ਅਕਾਲ ਸ਼ਕਤੀ ਦੀ ਗੱਲ ਕਰੀ ਗਿਆ ਜਿਸ ਨੂੰ ਗਾਉਣਾ, ਜਿਸ ਦਾ ਅੰਤ ਪਾਉਣਾ ਬੜਾ ਜ਼ਿਆਦਾ ਔਖਾ ਹੈ। ਨਿਤਾ ਬ੍ਰਤ ਕੈਲਾਸ ਬਾਸੀ ਤੇ ਆਵੇ। ਸੋ ਮਹਾਰਾਜ ਕਹਿੰਦੇ ਨੇ ਵੀ ਉਸ ਅਕਾਲ ਸ਼ਕਤੀ ਨੂੰ ਹਰ ਰੋਜ਼ ਧਿਆਨਦੇ ਹਨ ਬੜੇ ਬੜੇ ਦੇਵਤੇ, ਕੈਲਾਸ਼ ਦੇ ਵਾਸੀ, ਕੈਲਾਸ਼ ਪਰਬਤ ਦੇ ਵਸਨੀਕ ਦੇਵਤੇ। ਸੋ ਸਾਰੇ ਉਸ ਦਾ ਧਿਆਨ ਕਰਦੇ ਨੇ ਤੇ ਆਪਾਂ ਨੂੰ ਵੀ ਉਹਦਾ ਧਿਆਨ ਕਰਨਾ ਚਾਹੀਦਾ ਹੈ। ਸਕਲ ਸਿਰਦ ਅਰਥੰ ਸਕਲ ਕਾਮ ਪਾਵੈ। ਸੋ ਮਹਾਰਾਜ ਕਹਿੰਦੇ ਨੇ ਬਈ ਜਿਹੜੇ ਉਸ ਦਾ ਧਿਆਨ ਧਰਦੇ ਹਨ, ਚਿੱਤ ਟਿਕਾਉਂਦੇ ਨੇ ਚਰਨਾਂ ਦੇ ਵਿੱਚ, ਸਾਰੀਆਂ ਸਿੱਧੀਆਂ ਵਾ
तेग बहादुर सिमरिया करनौन दे आवे धाए। सो महाराज कहते ने बई 18 सिद्धियां 9 निधियां। सो उन्हां दे साध संगत सारे घर दे विच आ जांदियां ने, सारियां शक्तियां घरां दे विच आ जांदियां ने, भंडार भरपूर हो जांदे ने, सारे काम ने जिहड़े उन्हां दे नेपरे चढ़ जांदे हन। सो साध संगत जी उड़े जिहड़ी है दुर्गा कवच दी जिहड़ी कथा है समापन हुंदी है। सो गुरु साहब जी कृपा करन इस तरह दे नाल कथा दी हाज़री लैंदे रहन। सो साध संगत जी इस बाणी दा वध तों वध अभ्यास करिए। जे किसे नूं इस बाणी ये बाणी अते होर कवचां दीआं बाणीआं भी चाहीदियां ने दास तो पोथी प्राप्त कर सकदा है। सो ये सारियां बाणीआं उस पोथी दे विच होणगीआं। इस तों इलावा होर भी बाणीआं ने जिहड़ियां जिवें माया लक्ष्मी की उस्तत जिहड़ियां महंगियां बाणीआं ने जिहड़ियां अपनी कौम दे विच ज़्यादा प्रचलित नहीं, पर महाराज जी ने पढ़न का हुक्म करिया ते प्रातन सिंह भी उसनूं पढ़ते सन अते बड़े सुख पाउंदे सन शरीरक ते आत्मक। वो बाणियां दी साध संगत जी पोथी किसी ने प्राप्त करनी है तो दास तो प्राप्त कर सकता है। सो साध संगत जी आइए गुरु साहब के चरणों में अरदास करिए कि महाराज जी बई सानू जिहड़ियां ये बाणियां दा ज्ञान करवाओ जिहड़ियां पुरातन गुरसिख पढ़ते सन पर सातों किसी ना किसी कारण करके किसी ना किसी कई शंकावादियों के करके साध संगत जी ये बाकी जिहड़े भावना वाले गुरसिख ने ना उन्हां तक भी ये बाणियां नहीं पहुँच पाइयां, क्योंकि साध संगत जी उन्होंने शंका कर करके इन्हां दी जिहड़ी छपाई जां इन्हां दा प्रचलन सी बंद करवा दिता। कह दिता भी ये बाणी नहीं ये फलाना नहीं, इहदे विच दुर्गा दी देवी की उस्तत करी, इहदे विच विष्णु की गल करी है, इहदे विच हिंदू मत दी ग्रंथ की गल करी है, जो फलाने की गल करी है। सो नहीं साध संगत जी सो ये बाणियां उन्हां दे करके आपां भी जिहड़े हाँ पिछे हट रहे हैं पढ़ने तो। सो ये बाणियां दा वध तों वध अभ्यास करिए, गुरु साहब की जिहड़ी आग्या मन्नीए, क्योंकि साध संगत जी हुण दिवाली के जिन्ने जिहड़े त्योहारां दा जिहड़ा कहंदे ने एक तरह दे नाल मौसम चल पिया है। सो महाराज जी का हुक्म है सिखां नूं भी सरलो गुरु ग्रंथ साहिब जी का अभ्यास करना है ये दिनां दे विच। साध संगत जी महाराज जी के चरणों के विच ना आके सिंघां ने बेनती करी हजूर साहिब बई हे अकाल पुरख गुरु गोबिंद सिंह जी महाराज जी तुसी आनंदपुर साहिब होली दे उपर होले महल्ले का साध संगत रवायत चलाई। महाराज जी ने महाराज नूं बेनती करी, सिंघां ने कहा भी महाराज आपने कहा है और की होली मम होला केहो कृपा नित बचन अमोला। सो भाई महाराज जी ने कहा है भाई होली नहीं मनानी सिखा ने होला मनाना है। सो महाराज जी अगे सिख बेनती करते भी जिमें आप जी ने होली का खंडन करके होला महला चलाया है, जिमें साध संगत जी हे अकाल पुरख आप जी ने जिमें माघी के मेले के उपर पंडितां नूं साध संगत पुरातन समय के भोज वगैरह कराया करते सन जिहड़े सन ये लोग, पर महाराज जी ने खंडन कर दिता भी माघी के मेले में मुक्तसर जाना है जे मुक्ति करानी है, जे घर पंडितां नूं पांडियां नूं भोजन कराओगे मुक्ति मक्ति तो नहीं होनी, सगों उल्टा वो पांडा भी फसूगा जम धाम दे विच जाके और तू भी जाके फसेगा। सो साध संगत जी महाराज नूं सिख बेनती करदी महाराज आप जी ने माघी के मेले के उपर मुक्तसर उपर जाना खालसे नूं हुक्म करिया है। हुण महाराज दिवाली बड़ा पावन तिहार है, सारे त्योहारों के विचों साध संगत जिहड़ा दिवाली है ना सब तो ज़्यादा श्रेष्ठ मन्निया जाता है त्यौहार जिहड़ा दिवाली का त्यौहार है। जुगा जुगंतरा तो साध संगत जी ये मनाया जाता है दिवाली का जिहड़ा त्यौहार है ये 5 दिन। दिवाली एक दिन की नहीं होंदी साध संगत, दिवाली 5 दिनों की होंदी है। 5 दिनों की दिवाली मनाई जाती है, दिवाली तो पहला 3 दिन अते साध संगत जी फिर 1 दिन बाद 5 दिनों की दिवाली होंदी है साध संगत जी। सो फिर महाराज जी के अगे बेनती करी सिखा ने भी अकाल पुरख जी उन्हें दिवाली के 5 दिनों में की करिए। सो फिर महाराज जी ने हुक्म करया बई जिमें जिहड़े हिंदू मत के लोग ने माया की पूजा करते हैं बई धन आवे उन्होंने घरों के विच, सो मेरे सिखां के घर भी भंडार भरे होने चाहिए ने। सो महाराज ने सरलो श्री गुरु ग्रंथ साहिब की साजना सिरजना फिर हजूर साहब जाके करी, फिर श्री माया दी जड़ी है उस्तत करने लेनी करी उस ग्रंथ के विच। महाराज जी ने कहा भी श्री माया का पाठ करना करो, श्री माया जगतारनी राखो लाज निधान।
सो जिहड़ा दिवाली के 5 दिनों के विच साध संगत जी ये सरलो गुरु ग्रंथ साहिब दीआं बाणियां दा अभ्यास करदा है, श्री माया लक्ष्मी का अभ्यास करदा है बाणी का सारा साल। साध संगत जी उहदे घर दे विच कदे भी धन की टोट नहीं आउंदी, भंडार हमेशा भरी रहिंदे ने। सो ये गुप्त गल्लां ने, गुप्त बाणियां अभ्यास करके ही पता लगता है, सारा परख के जप प्रयोग करके पता लगता है। क्योंकि इवें दसन दे नाल साध संगत जी मैं तो दस देवांगा पर समझ दे विच नहीं गल आउणी, जप प्रयोग करके पता लगेगा। सो जिसने भी ये जप प्रयोग करना है दास तो पोथी प्राप्त कर सकता है। सो आओ अखीरलियाँ पंक्तियाँ पढ़ के समाप्ति करिए जी। दास खेमा का जाजक भी है। पिछले हफ्ते जो है ये कथा नहीं हो पाई क्योंकि दशहरा महात्म के जप प्रयोग चल रहे सी। जो पुरातन मर्यादा है गुरसिखां दी, महाराज ने हुक्म करे है भी दशहरे वाले दिन जा दशहरे तो 10 दिन पहला जो है ये दशहरा महात्म का पाठ करना है, तां करके सत्संग जे कथा नहीं हो पाई। सो उस करके भी खेमा का जाजक है। दास कोशिश करेगा भाई जो है ये कथा दिवाली तो बाद सोमवार की भी साध संगत आपने रख लेनी है। अगले हफ्ते भी साध संगत जी सोमवार की कथा भी करांगे। गुरु साहब कृपा करन। कल नूं गुरु रामदास महाराज जी का गुरपुरब भी है। सो सारे गुरपुरबां दी भी दास वालों रोम रोम करके बधाई होवे। सो गुरपुरब के उपर भी आपने कल नूं है जो कोशिश करियो भी घट्टो घट एक जपजी साहब के पाठ की हाज़री जरूर लगवाइए, गुरु घर जे जाके मत्था टेकीए। क्योंकि साध संगत जी आप गुरु नानक साहब के गुरपुरब के उपर तो बड़े बड़े हार सेरे पा देंगे हैं। क्यों बई बाकी जोड़े 9 गुरु साहब ने कि गुरु नहीं ने अपने, सारे गुरु ने। साध संगत जी आपको भेदभाव नहीं रखना चाहिए। 10 पातशाही का गुरपुरब है जोड़ा वो बड़ी श्रद्धा ते धूमधाम नाल मनाना चाहिए। भावें कि जोत एक ही है पर फिर भी साध संगत जी बड़ी श्रद्धा के भाव नाल मनाना चाहिए। क्योंकि जिमें साध संगत जी घर दे विच ना जिमें 2 बच्चे होण, क्योंकि जिहड़ा खून बहंदा है माँ बाप का इक्को ही हुंदे ने दो बच्चों के, पर शरीर अलग अलग होंदे ने। सो जे एक बच्चे का जन्मदिन मना ली दूसरे का नाम मनाइए ना तो बड़ा दुख लगता है, दूसरे बच्चे को बड़ा रोंदा है। उस तरह के नाल साध संगत जी भावें जोत तो एक ही है, शरीर वख वख ने, पर जन्मदिन आपने सारे के मनाने ने, सारे पातशाहियों के गुरपुरब आपने मनाने ने। सो बद तो बद कल बाणी का अभ्यास करिए। सो आओ खीलियां पंक्तियां पढ़ के समाप्ति करिए जी। सदा ध्यान चंडी सकल देव तारै, सबे दुख पापं दुर्गा त्रास टारै, हिता व्रत कैलाश वासी ते आवे, सकल सिद्ध अर्थं सकल काम पावै, हिता व्रत कैलाश वासी ते आवे, सकल सिद्ध अर्थं सकल काम पावै। आए प्रभ शरणागति कृपा निध दयाल, एक कर हर मन वसत नानक होत निहाल। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समरथ अगम पूर्ण मोहे मया थार, अंधकूप महापयान नानक पार उतार। सिर जावे तां जावे साडा सिके सिदक ना जावे, सिर जावे तां जावे साडा सिकी सिदक ना जावे, सिर जावे तां जावे साडा सिकी सिदक ना जावे, सिर जावे तां जावे साडा सिकी सिदक ना जावे, सिर जावे तां जावे साडा सिकी सिदक ना जावे। वाहिगुरु जी का खालसा वाहिगुरु जी की फतेह।